ਬੱਚਿਓ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ। ਅੱਜ ਦੀ ਮੇਰੀ ਵੀਡੀਓ ਦਾ ਵਿਸ਼ਾ ਹੈ ਟੈਂਸ ਇਨ ਇੰਗਲਿਸ਼ ਗ੍ਰਾਮਰ। ਇਸ ਦੀਆਂ 3 ਵੀਡੀਓਜ਼ ਮੈਂ ਤੁਹਾਨੂੰ ਪਹਿਲਾਂ ਭੇਜ ਚੁੱਕਾ। ਅੱਜ ਇਸ ਦਾ ਚੌਥੀ ਤੇ ਅਖੀਰਲੀ ਟੈਂਸ ਬਾਰੇ ਜਿਹੜੀ ਵੀਡੀਓ ਹੈ। ਇਸ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀਆਂ ਤਿੰਨੋਂ ਵੀਡੀਓ ਨਹੀਂ ਵੇਖੀਆਂ, ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਭੇਜ ਰਿਹਾ। ਉਹਨਾਂ ਨੂੰ ਪਹਿਲਾਂ ਜ਼ਰੂਰ ਹੀ ਡਿਸਕ੍ਰਿਪਸ਼ਨ 'ਚੋਂ ਕਲਿੱਕ ਕਰਕੇ ਸੁਣ ਲਓ ਤਾਂ ਜੋ ਤੁਹਾਨੂੰ ਇਸ ਟੈਂਸ ਦੀ ਜਿਹੜੀ ਮੈਂ ਫਿਊਚਰ ਟੈਂਸ ਬਾਰੇ ਅੱਜ ਦੀ ਵੀਡੀਓ ਤੁਹਾਨੂੰ ਬਣਾਉਣ ਜਾ ਰਿਹਾ। ਪਹਿਲਾਂ ਪ੍ਰੈਜ਼ੈਂਟ ਤੇ ਪਾਸਟ ਤੇ ਟੈਂਸ ਚਾਰਟ ਬਾਰੇ ਵਿਸਤਾਰਪੂਰਵਕ ਜਿਹੜੀਆਂ ਪਹਿਲੀਆਂ ਵੀਡੀਓ ਭੇਜੀਆਂ ਉਹ ਤੁਹਾਨੂੰ ਵੇਖ ਕੇ ਸਾਰੇ ਟੈਂਸ ਬਾਰੇ ਸਮਝ ਲੱਗ ਸਕੇ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬੋ ਤਾਂ ਜੋ ਹਰ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਬੱਚਿਓ ਹੁਣ ਆਪਾਂ ਪੜਾਂਗੇ ਫਿਊਚਰ ਟੈਂਸ ਦੇ ਵਿਸਤਾਰਪੂਰਵਕ ਜਾਣਕਾਰੀ। ਜਿਸ ਤਰ੍ਹਾਂ ਕਿ ਪਹਿਲਾਂ ਤੁਹਾਨੂੰ ਦੱਸਿਆ ਹੈ ਪ੍ਰੈਜ਼ੈਂਟ ਤੇ ਪਾਸਟ ਨੂੰ ਟੈਂਸ ਨੂੰ 4 ਹਿੱਸਿਆਂ 'ਚ ਵੰਡਿਆ ਗਿਆ, ਉਸੇ ਤਰ੍ਹਾਂ ਫਿਊਚਰ ਟੈਂਸ ਨੂੰ ਵੀ 4 ਹਿੱਸਿਆਂ ਵਿੱਚ ਹੀ ਵੰਡਿਆ ਗਿਆ ਹੈ। ਪਹਿਲਾ ਫਿਊਚਰ ਇਨਡੈਫੀਨਿਟ ਟੈਂਸ, ਦੂਸਰਾ ਫਿਊਚਰ ਕੰਟੀਨਿਊਸ ਟੈਂਸ, ਤੀਸਰਾ ਫਿਊਚਰ ਪਰਫੈਕਟ ਟੈਂਸ ਤੇ ਚੌਥਾ ਜਿਹੜਾ ਕੰਟੀਨਿਊਸ ਤੇ ਪਰਫੈਕਟ ਨੂੰ ਮਿਲਾ ਕੇ ਬਣਦਾ ਫਿਊਚਰ ਕੰਟੀਨਿਊਸ ਪਰਫੈਕਟ ਟੈਂਸ। ਇਹਨਾਂ ਦੀ ਪਹਿਚਾਣ ਜੇ ਪੰਜਾਬੀ ਦਾ ਸੈਂਟੈਂਸ ਆਪਾਂ ਪੰਜਾਬੀ 'ਚ ਇਹਨੂੰ ਸਮਝ ਰਹੇ ਹਾਂ ਤੇ ਪੰਜਾਬੀ ਦੇ ਵਾਕ ਦੇ ਵਿੱਚ ਕੀ ਲੱਗਾ ਜਿੱਦਾਂ ਤੁਹਾਨੂੰ ਪਹਿਚਾਣ ਹੋ ਸਕੇ ਕਿ ਇਹ ਫਿਊਚਰ ਇਨਡੈਫੀਨਿਟ ਟੈਂਸ ਹੈ ਜਾਂ ਕੰਟੀਨਿਊਸ ਟੈਂਸ ਹੈ ਜਾਂ ਪਰਫੈਕਟ ਕੰਟੀਨਿਊਸ ਟੈਂਸ ਹੈ ਜਾਂ ਕੰਟੀਨਿਊਸ ਪਰਫੈਕਟ ਟੈਂਸ ਹੈ। ਇਸ ਦੇ ਪਹਿਚਾਣ ਲਈ ਸਭ ਤੋਂ ਪਹਿਲਾਂ ਆਪਾਂ ਇਨਡੈਫੀਨਿਟ ਦੀ ਗੱਲ ਕਰਾਂਗੇ। ਇਨਡੈਫੀਨਿਟ ਦੇ ਜੇ ਪਿੱਛੇ ਗਾ ਗੇ ਗੀ ਲੱਗਾ ਹੋਏਗਾ ਤੇ ਉਹ ਫਿਊਚਰ ਇਨਡੈਫੀਨਿਟ ਟੈਂਸ ਹੋਏਗਾ। ਇਸ ਦੇ ਵਿੱਚ ਹੈਲਪਿੰਗ ਵਰਬ ਜਿਹੜੀ ਵਿਲ ਤੇ ਵਰਬ ਦੀ ਪਹਿਲੀ ਫਾਰਮ ਦੀ ਵਰਤੋਂ ਕਰਾਂਗੇ। ਉਸ ਤਰ੍ਹਾਂ ਕੰਟੀਨਿਊਸ ਦੀ ਪਹਿਚਾਣ ਲਈ ਰਿਹਾ ਹੋਵੇਗਾ, ਰਹੇ ਹੋਣਗੇ ਵਾਕ ਦੇ ਪਿੱਛੇ ਲੱਗੇ ਹੋਣਗੇ ਤੇ ਹੈਲਪਿੰਗ ਵਰਬ ਦੀ ਵਰਤੋਂ ਕਰਾਂਗੇ ਵਿਲ ਬੀ ਵਰਬ ਦੀ ਪਹਿਲੀ ਫਾਰਮ। ਤੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਪ੍ਰੈਜ਼ੈਂਟ ਪਾਸਟ ਫਿਊਚਰ ਸਾਰੇ ਵਿੱਚ ਹੀ ਵਰਬ ਦੀ ਪਹਿਲੀ ਫਾਰਮ ਦੇ ਨਾਲ ਜੇ ਕੰਟੀਨਿਊਸ ਟੈਂਸ ਹੈ ਤੇ ਆਈਐਨਜੀ ਲੱਗੇਗਾ। ਫਿਰ ਤੀਜਾ ਪਰਫੈਕਟ ਫਿਊਚਰ ਟੈਂਸ, ਫਿਊਚਰ ਪਰਫੈਕਟ ਟੈਂਸ ਦਾ ਪਹਿਚਾਣ ਚੁੱਕਿਆ ਹੋਵੇਗਾ, ਲਿਆ ਹੋਵੇਗਾ ਤੇ ਹੈਲਪਿੰਗ ਵਰਬ ਕੀ ਵਰਤਾਂਗੇ ਬੱਚੇ 'ਚ ਹੈਲਪਿੰਗ ਵਰਬ ਵਿਲ ਹੈਵ ਹੋਏਗਾ ਤੇ ਵਰਬ ਦੀ ਤੀਜੀ ਫਾਰਮ ਹੋਏਗੀ। ਉਸ ਤਰ੍ਹਾਂ ਫਿਰ ਕੰਟੀਨਿਊਸ ਪਰਫੈਕਟ ਜਿਹੜਾ ਕਿ ਕੰਟੀਨਿਊਸ ਤੇ ਪਰਫੈਕਟ ਦਾ ਦੋਨਾਂ ਦਾ ਜੋੜ ਕਰਕੇ ਬਣਾਇਆ ਜਾਂਦਾ, ਉਹਦੀ ਪਹਿਚਾਣ ਲਈ ਪੰਜਾਬੀ ਦੇ ਵਾਕ ਦੇ ਜੇ ਪਿੱਛੇ ਤੋਂ ਰਿਹਾ ਹੋਵੇਗਾ, ਤੋਂ ਰਹੀ ਹੋਵੇਗੀ ਦੀ ਵਰਤੋਂ ਹੋਏਗੀ ਤਾਂ ਉਹਦਾ ਮਤਲਬ ਹੋਏਗਾ ਕੰਟੀਨਿਊਸ ਪਰਫੈਕਟ ਟੈਂਸ। ਇਹਦੇ 'ਚ ਕੰਟੀਨਿਊਸ ਦੇ ਜਿਹੜਾ ਤੇ ਪਰਫੈਕਟ ਦਾ ਦੋਨਾਂ ਦਾ ਮੇਲ ਕਰਕੇ ਬਣਾਇਆ ਗਿਆ। ਇਸ ਦਾ ਹੈਲਪਿੰਗ ਵਰਬ ਜਿਹੜੀ ਪਰਫੈਕਟ ਦੀ ਵਰਤਾਂਗੇ ਵਿਲ ਹੈਵ ਉਹਦੇ ਮਗਰ ਬੀਨ ਲੱਗੇਗਾ ਤੇ ਕੰਟੀਨਿਊਸ ਦੀ ਜਿਹੜੀ ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈਐਨਜੀ ਲੱਗੇਗਾ। ਇਸ ਤੇ ਸਮੇਂ ਦੇ ਮੁਤਾਬਿਕ ਸਿੰਸ ਜਾਂ ਫॉर ਲੱਗੇਗਾ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਪਿਛਲੇ ਵੀਡੀਓ 'ਚ ਦੱਸ ਚੁੱਕਾ, ਜੇ ਫਿਕਸ ਸਮਾਂ ਦੱਸਿਆ ਗਿਆ ਫਿਰ ਸਿੰਸ ਦੀ ਵਰਤੋਂ ਕਰਨੀ ਹੈ। ਜੇ ਫਿਕਸ ਸਮਾਂ ਨਹੀਂ ਦੱਸਿਆ ਗਿਆ ਭਾਵ ਜਿਸ ਤਰ੍ਹਾਂ ਦੱਸਿਆ ਕਿ 5 ਘੰਟੇ ਪਹਿਲਾਂ 5 ਘੰਟੇ ਤੋਂ ਕੋਈ ਚੀਜ਼ ਚੱਲ ਰਹੀ ਜਾਂ 5 ਘੰਟੇ ਤੋਂ ਆ ਕੰਮ ਹੋ ਰਿਹਾ ਤੇ ਉੱਥੇ ਆਪਾਂ ਫॉर ਦੀ ਵਰਤੋਂ ਕਰਾਂਗੇ। ਤੇ ਜੇ ਫਿਕਸ ਸਮੇਂ ਕਿ ਤੁਹਾਡੇ ਪੇਪਰ ਜਿਹੜੇ ਆ ਸਤੰਬਰ 'ਚ ਹੋਣੇ ਆ, 5 ਸਤੰਬਰ ਨੂੰ ਜੇ ਫਿਕਸ ਲਿਖਿਆ ਹੈ ਤੇ ਫਿਰ ਤੇਰਾ ਮਤਲਬ ਸਿੰਸ ਵਰਤਾਂਗੇ। ਜੇ ਲਿਖਿਆ ਸਤੰਬਰ 'ਚ ਹੋਣਗੇ ਤੇ ਫਿਰ ਵੀ ਸਿੰਸ ਕੋ ਸਤੰਬਰ 'ਚ ਹੀ ਹੋਣਾ, ਸਿੰਸ ਦੀ ਵਰਤੋਂ ਕਰਾਂਗੇ ਆਪਾਂ। ਇਸ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਪਿਛਲੇ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਸਟਰਕਚਰ ਜਿਹੜਾ ਕੀ ਹੋਏਗਾ, ਤੇਰਾ ਮਾਸਟਰ ਫਾਰਮੂਲਾ ਹੈ। ਹਰ ਵਾਕ ਬਣਾਉਣ ਲੱਗੇ ਜਿਹੜੀ ਬਣਤਰ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਤਾਂ ਕਿ ਵਾਕ ਦਾ ਕੋਈ ਮਤਲਬ ਨਿਕਲ ਸਕੇ। ਸਭ ਤੋਂ ਪਹਿਲਾਂ ਸਬਜੈਕਟ ਦੀ ਵਰਤੋਂ ਕਰਾਂਗੇ, ਫਿਰ ਹੈਲਪਿੰਗ ਵਰਬ, ਫਿਰ ਵਰਬ, ਉਸ ਤੋਂ ਬਾਅਦ ਆਬਜੈਕਟ ਦੀ ਵਰਤੋਂ ਕਰਾਂਗੇ। ਫਿਰ ਇੱਕ ਧਿਆਨ ਨਾਲ ਮਾਸਟਰ ਫਾਰਮੂਲਾ ਸੁਣ ਲਓ। ਸਭ ਤੋਂ ਪਹਿਲਾਂ ਸਬਜੈਕਟ, ਫਿਰ ਹੈਲਪਿੰਗ ਵਰਬ, ਉਦੋਂ ਪਲੱਸ ਵਰਬ ਤੇ ਫਿਰ ਆਬਜੈਕਟ ਦੀ ਵਰਤੋਂ ਕਰਾਂਗੇ। ਸੋ ਆਪਾਂ ਹੁਣ ਫਿਊਚਰ ਇਨਡੈਫੀਨਿਟ ਦੇ ਕੁਝ ਪੰਜਾਬੀ ਦੇ ਵਾਕਾਂ ਤੋਂ ਅੰਗਰੇਜ਼ੀ 'ਚ ਅਨੁਵਾਦ ਕਰਕੇ ਵੇਖਾਂਗੇ ਕਿ ਫਿਊਚਰ ਇਨਡੈਫੀਨਿਟ ਟੈਂਸ ਹੁੰਦਾ ਕਿਸ ਤਰ੍ਹਾਂ ਦਾ ਹੈ। ਇਹਦੀ ਜਿਸ ਤਰ੍ਹਾਂ ਪਹਿਚਾਣ ਦੱਸੀ ਤੁਹਾਨੂੰ ਪੰਜਾਬੀ ਦੇ ਵਾਕ ਦੇ ਮਗਰ ਗਾ ਗੇ ਗੀ ਲੱਗਾ ਹੋਏਗਾ ਤੇ ਸਟਰਕਚਰ ਹੋਏਗਾ ਸਬਜੈਕਟ, ਫਿਰ ਵਿਲ, ਫਿਰ ਵਰਬ ਦੀ ਪਹਿਲੀ ਫਾਰਮ, ਉਸ ਤੋਂ ਬਾਅਦ ਆਬਜੈਕਟ ਲੱਗੇਗਾ। ਉਦਾਹਰਨ ਉਹ ਜਾਵੇਗਾ, ਉਹ ਜਾਵੇਗਾ ਪਿੱਛੇ ਗਾ ਲੱਗਾ ਹੈ, ਫਿਊਚਰ ਇਨਡੈਫੀਨਿਟ ਗਾ ਗੇ ਗੀ। ਕੀ ਹੋਏਗਾ ਹੀ ਵਿਲ ਗੋ, ਹੀ ਸਬਜੈਕਟ, ਵਿਲ ਹੈਲਪਿੰਗ ਵਰਬ ਤੇ ਵਰਬ ਦੀ ਪਹਿਲੀ ਫਾਰਮ ਗੋ, ਆਬਜੈਕਟ ਇੱਥੇ ਕੋਈ ਨਹੀਂ ਹੈਗਾ। ਫਿਰ ਮੈਂ ਖੇਡਾਂਗਾ, I will play,
आई की होएगा बच्चों, हाँ जी सब्जैक्ट, फिर अगे विल, फिर वर्ब की पहली फॉर्म प्ले। फिर उन्हें वेखो तुसी देखोगे, पिछे गे लगा है, जिस गा गे गी, फ्यूचर इंडेफिनेट टेंस की पहचान होंगी है। अंग्रेजी की बोलांगे, यू विल वॉच, यू सब्जैक्ट हो गया, विल हो गया, फिर वर्ब की पहली फॉर्म वॉच। फ्यूचर कंटिन्यूस, इसकी पहचान रहा होवेगा, रहे होवेंगे, सब्जैक्ट, फिर हेल्पिंग वर्ब विल बी, वर्ब की पहली फॉर्म, कंटिन्यूस के मुताबिक रूल के मुताबिक ING के पिछे लगेगा वर्ब की पहली फॉर्म के नाल। उदाहरण, वह जा रहा होवेगा, रहा होवेगा फ्यूचर कंटिन्यूस। ही विल बी गोइंग, ही सब्जैक्ट, विल बी की वरतों करांगे हेल्पिंग वर्ब, वर्ब की पहली फॉर्म गो और नाल ING लग गया, गोइंग, ही विल बी गोइंग। मैं खेड रहा होवांगा, रहा होवांगा, आ पहचान हो रही फ्यूचर कंटिन्यूस की। वाक इंग्लिश, आई विल बी प्लेइंग, आई सब्जैक्ट, विल बी हेल्पिंग वर्ब, वर्ब की पहली फॉर्म प्ले दे नाल ING जोड़ता आपां, प्लेइंग, आई विल बी प्लेइंग। फिर तुसी देख रहे होवोगे, रहे होवोगे, आ फ्यूचर कंटिन्यूस की पहचान। इंग्लिश च यू विल बी वाचिंग, सब्जैक्ट की होएगा यू, हेल्पिंग वर्ब की वरती आप विल बी, वर्ब की पहली फॉर्म वाच ते नाल आप जोड़ता ING, ये नाल पूरा बन गया फिक्रा तुहाडा फ्यूचर कंटिन्यूस का। यू विल बी वाचिंग, तुसी देख रहे होवोगे, ऑब्जेक्ट कुछ नहीं वरते, की वेख रहे होगे, इसलिए आप भी ऑब्जेक्ट की वरतों नहीं की। फिर फ्यूचर परफेक्ट, इसकी पहचान चुक्या होवेगा, लिया होवेगा, इस तरह के वाक जो पिछे लगे होंगे और तो पहचान होती है फ्यूचर परफेक्ट की। स्ट्रक्चर की होएगा, सब तो पहले सब्जैक्ट, हेल्पिंग वर्ब विल हैव, वर्ब की तीजी फॉर्म लगेगी, उस तो बाद ऑब्जेक्ट होएगा। उदाहरण, वो चला गया होवेगा, गया होवेगा, जो होवेगा तुहानूं दस्सिया, चुक्या होवेगा, गया होवेगा, लिया होवेगा, सारे फ्यूचर परफेक्ट का होएगा जो होवेगा। इंग्लिश, ही विल हैव गॉन, सब्जैक्ट ही, हेल्पिंग वर्ब विल हैव, वर्ब की तीजी फॉर्म गो वेंट गॉन, वर्ब की तीजी फॉर्म की लगेगी गॉन, ही विल हैव गॉन, वो चला गया होवेगा। मैं खेड लिया होवेगा, भाव कि जो तुम आओगे उद तक मैं खेड लिया होवेगा, तुम इन्ने बजे आ जाओ, आ फ्यूचर टेंस की आप गल कर रहे, लिया होवेगा। इंग्लिश की बोलांगे, आई विल हैव प्लेड, आप वर्ब की सब्जैक्ट आई, विल हैव हेल्पिंग वर्ब, तो वर्ब की तीजी फॉर्म जो तुहानूं दस्सिया है कि प्ले, प्लेड, प्लेड, प्लेड तो प्लेड दोनों ही वर्ब की सैकेंड तो थर्ड फॉर्म सेम ही होंगी है प्ले की, इस करके की वरतांगे आई विल हैव प्लेड। इसके बच्चों तुहानूं वर्ब दी तीनों फॉर्म याद करनियां होणगियां, विस्तारपूर्वक इस वीडियो में अगे भी भेजांगा, इससे कि तुहानूं बार बार कह रहा कि चैनल को सबसक्राइब करके बैल आइकन बटन दब देना, तो जिस तरह भी नवी वीडियो तुहानूं पावां और नोटिफिकेशन तुहानूं मिलती रहे। फिर अगला वाक, तुसीं किताब लै लई होवेगी, लै लई होवेगी, यू विल हैव टेकन द बुक, सब्जैक्ट यू, हेल्पिंग वर्ब विल हैव, वर्ब की थर्ड फॉर्म टेकन, ऑब्जेक्ट इत्थे किताब लई हुई आप, इत्थे पहले वाक दोनों च आप ऑब्जेक्ट की वरतों नहीं की सी, इत्थे आप किताब ऑब्जेक्ट आ, इस करके यू विल हैव टेकन द बुक। बच्चे हुण आप फ्यूचर की अखीरली फॉर्म जो फ्यूचर परफेक्ट कंटिन्यूस, जो परफेक्ट से कंटिन्यूस फॉर्म दोनों को मिला के बनाया जाता है, और विस्तारपूर्वक पढ़ांगे और ये पहचान किस तरह करांगे। तो रहा होवेगा, तो रही होवेगी, इस आप पहचान करांगे कि यह फ्यूचर परफेक्ट कंटिन्यूस है। तो यह स्ट्रक्चर जरा सब्जैक्ट,
ਵਿਲ ਹੈਵ ਬੀਨ ਤੇ ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈਐਨਜੀ ਦੇ ਨਾਲ ਸਿੰਸ ਜਾਂ ਫॉर ਸਮੇਂ ਦੇ ਮੁਤਾਬਿਕ ਲੱਗੇਗਾ। ਤੁਹਾਨੂੰ ਸ਼ੁਰੂ ਚ ਮੈਂ ਦੱਸ ਚੁੱਕਾ ਸਿੰਸ ਤੇ ਫॉर ਦੀ ਵਰਤੋਂ ਕਿੱਥੇ ਕਰਨੀ। ਜ਼ਿਆਦਾਤਰ ਬੱਚੇ ਸਿੰਸ ਤੇ ਫॉर ਵਿੱਚ ਹੀ ਗਲਤੀ ਕਰਦੇ ਹਨ। ਉਦਾਹਰਨ, ਸ਼ਾਮ ਤੋਂ ਹੀ ਬੱਦਲ ਗਰਜ ਰਹੇ ਹੋਣਗੇ। ਜਿਸ ਤਰ੍ਹਾਂ ਵੇਖੋ, ਤੋਂ ਉਹ ਆ ਗਿਆ, ਫਿਰ ਅੱਗੇ ਰਹੇ ਹੋਣਗੇ। ਆ ਫਿਊਚਰ ਪਰਫੈਕਟ ਕੰਟੀਨਿਊਸ ਦੀ ਪਛਾਣ ਹੈ। ਇੰਗਲਿਸ਼ ਚ ਕੀ ਬੋਲਾਂਗੇ? The clouds will have been thundering since evening। ਕਿ ਜਿਹੜੇ ਬੱਦਲ ਸ਼ਾਮ ਤੋਂ ਹੀ ਗਰਜ ਰਹੇ ਸਨ। ਸਬਜੈਕਟ ਕਲਾਊਡਸ ਹੋ ਗਿਆ, the clouds will have been helping verb ਤੇ ਫਿਰ ਅੱਗੇ ਠੰਡਰ ਦੀ ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈਐਨਜੀ ਲੱਗ ਜਾਏਗਾ। ਸਿੰਸ ਈਵਨਿੰਗ, ਸ਼ਾਮ ਜਿੱਦਾਂ ਪੱਕੀ ਹੁੰਦੀ ਹੈ, ਸ਼ਾਮ ਨੂੰ ਸ਼ਾਮ ਹੀ ਕਹਿੰਦੇ, ਉਹਨਾਂ ਸਿੰਸ ਦੀ ਵਰਤੋਂ ਹੋਏਗੀ। ਫਿਰ ਟੂਟੀ 2 ਘੰਟੇ ਤੋਂ ਚੱਲ ਰਹੀ ਹੋਵੇਗੀ। ਇੱਥੇ ਤੋਂ ਰਹੀ ਹੋਵੇਗੀ, ਆ ਦੋਨੋਂ ਪਛਾਣ ਹੈ ਫਿਊਚਰ ਪਰਫੈਕਟ ਕੰਟੀਨਿਊਸ ਦੀ। ਇਸ ਤਰ੍ਹਾਂ ਤੁਸੀਂ ਜੇ ਕੋਈ ਵੀ ਪੰਜਾਬੀ ਦਾ ਵਾਕ ਦੇ ਵਿੱਚ ਤੋਂ ਤੇ ਰਹੀ ਹੋਵੇਗੀ ਦੀ ਵਰਤੋਂ ਕੀਤੀ ਜਾਏਗੀ ਜਾਂ ਰਹੇ ਹੋਣਗੇ, ਤੋਂ ਦੇ ਨਾਲ ਰਹੇ ਹੋਣਗੇ ਦੀ ਵਰਤੋਂ ਹੈ, ਤਾਂ ਆਪਾਂ ਉਹਨੂੰ ਸਮਝਾਂਗੇ ਕਿ ਆ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ ਹੈ। ਤੇ ਉਹਨੂੰ ਕਿਸ ਤਰ੍ਹਾਂ ਲਿਖਾਂਗੇ ਆਪਾਂ? The tap will have been running for the 2 hours। 2 hours। The tap ਸਬਜੈਕਟ ਹੋ ਗਿਆ, ਹੈਲਪਿੰਗ ਵਰਬ will have been, ਵਰਬ ਦੀ ਪਹਿਲੀ ਫਾਰਮ ਰਨ, ਉਹਦੇ ਨਾਲ ਆਈਐਨਜੀ ਲੱਗ ਗਿਆ। ਤੇ ਟਾਈਮ ਫਿਕਸ ਨਹੀਂ ਦਿੱਤਾ ਹੋਇਆ, 2 ਘੰਟੇ ਭਾਵ ਸਵੇਰ ਸ਼ਾਮ ਜਾਂ ਰਾਤ ਦਾ ਕਿਸੇ ਵੀ ਆਪਾਂ ਟਾਈਮ ਫਿਕਸ ਨਹੀਂ ਦੱਸਿਆ ਕਿ ਰਾਤ ਦੇ 2 ਘੰਟੇ ਤੋਂ ਚੱਲ ਰਹੀ ਜਾਂ ਦਿਨ ਦੇ ਤੇ ਫਿਕਸ ਟਾਈਮ ਨਹੀਂ ਹੈਗਾ। ਇਸ ਕਰਕੇ ਫॉर ਦੀ ਵਰਤੋਂ ਕੀਤੀ ਹੈ। ਉਮੀਦ ਹੈ ਤੁਹਾਨੂੰ ਇਹ ਸਾਰੇ ਪਰਫੈਕਟ ਫਿਊਚਰ ਟੈਂਸ ਦੇ ਬਾਰੇ ਚੰਗੀ ਤਰ੍ਹਾਂ ਸਮਝ ਲੱਗ ਗਈ ਤੇ ਬਾਕੀ ਫਿਊਚਰ ਦੇ ਜਿਹੜੇ ਪਾਰਟ ਤੁਹਾਨੂੰ ਦੱਸੇ ਉਹਨਾਂ ਸਾਰੇ ਸਮਝ ਲੱਗ ਗਈ ਹੋਗੀ। ਇਸ ਨੂੰ ਕਾਪੀ ਦੇ ਵਿੱਚ ਉਤਾਰ ਕੇ ਜ਼ਰੂਰ ਯਾਦ ਕਰਨਾ। 2-3 ਵਾਰ ਇਹਨਾਂ ਦਾ ਸਾਰਾ ਸਟਰਕਚਰ ਲਿਖੋ ਔਰ ਇਹ ਪਛਾਣ ਕਿਸ ਤਰ੍ਹਾਂ ਹੁੰਦੀ ਹੈ ਸਾਰੇ ਯਾਦ ਕਰੋ। ਫਿਰ ਹੀ ਤੁਸੀਂ ਵਾਕ ਜਿਹੜਾ ਸਹੀ ਬਣਾ ਸਕੋਗੇ, ਗ੍ਰਾਮਰ ਦੇ ਵਿੱਚ ਕਦੀ ਵੀ ਗਲਤੀ ਨਹੀਂ ਕਰੋਗੇ। ਇਸ ਲਈ ਪਿਛਲੇ ਵੀਡੀਓ ਵੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਦਬੋ ਅਤੇ ਜੇ ਨਵੀਂ ਵੀਡੀਓ ਜਦੋਂ ਮੈਂ ਤੁਹਾਨੂੰ ਪਾਊਂਗਾ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇਗੀ। ਧੰਨਵਾਦ।